ਹੈਲੋ ਡੀਅਰ ਸਟੂਡੈਂਟਸ, ਅੱਜ ਆਪਾਂ ਪੰਜਾਬੀ ਸਾਹਿਤ ਦੇ ਸੰਖੇਪ ਇਤਿਹਾਸ ਦੇ ਵਿੱਚ ਆਪਣਾ ਦੂਜਾ ਬਿੰਦੂ ਹੈ ਜੀ ਪੰਜਾਬੀ ਨਾਵਲ ਦਾ ਇਤਿਹਾਸ। ਪਹਿਲਾਂ ਕੀਤਾ ਸੀ ਕਵਿਤਾ ਦਾ ਇਤਿਹਾਸ ਅਤੇ ਹੁਣ ਕਰਾਂਗੇ ਪੰਜਾਬੀ ਨਾਵਲ ਦਾ ਇਤਿਹਾਸ। ਪੰਜਾਬੀ ਨਾਵਲ ਦੇ ਇਤਿਹਾਸ ਉੱਪਰ ਸੰਖੇਪ ਝਾਤ ਪਾਓ। ਪੰਜਾਬੀ ਨਾਵਲ ਨੂੰ ਗਲਪ ਸਾਹਿਤ ਦਾ ਹਿੱਸਾ ਮੰਨਿਆ ਜਾਂਦਾ ਹੈ। ਨਾਵਲ ਸ਼ਬਦ ਦੀ ਉਤਪੱਤੀ ਲਾਤੀਨੀ ਭਾਸ਼ਾ ਦੇ ਸ਼ਬਦ ਨਵੇਲਾ ਤੋਂ ਹੋਈ ਮੰਨੀ ਗਈ ਹੈ, ਜਿਸ ਦਾ ਅਰਥ ਹੈ ਨਵਾਂ ਜਾਂ ਅਨੋਖਾ। ਨਾਵਲ ਸ਼ਬਦ ਦਾ ਅਰਥ ਹੈ ਲਾਤੀਨੀ ਭਾਸ਼ਾ ਦੇ ਵਿੱਚ ਨਵੇਲੇ ਦਾ, ਜਿਹਦਾ ਅਰਥ ਹੈ ਜੀ ਨਵੇਲਾ ਭਾਵ ਨਵਾਂ ਜਾਂ ਅਨੋਖਾ। ਮਨੁੱਖ ਦੇ ਜੀਵਨ ਬਾਰੇ ਨਵੀਂ ਤਾਜ਼ਾ ਅਦਭੁਤ ਜਾਣਕਾਰੀ ਦੇਣ ਵਾਲਾ ਸਾਹਿਤ ਰੂਪ ਨਾਵਲ ਨੂੰ ਕਿਹਾ ਗਿਆ ਹੈ। ਗਲਫ ਫੈਕਸ ਅਨੁਸਾਰ ਨਾਵਲ ਜੀਵਨ ਦਾ ਮਹਾਂਕਾਵਿ ਹੈ। ਪੰਜਾਬੀ ਨਾਵਲ ਸਾਹਿਤ ਦਾ ਅਜਿਹਾ ਪ੍ਰਮੁੱਖ ਅਤੇ ਮਹੱਤਵਪੂਰਨ ਸਾਹਿਤ ਰੂਪ ਹੈ ਜਿਸ ਵਿੱਚ ਜੀਵਨ ਦੀ ਵਾਸਤਵਿਕਤਾ ਨੂੰ ਬਿਆਨ ਕੀਤਾ ਗਿਆ ਹੈ। ਵੀ ਨਾਵਲ ਪੰਜਾਬੀ ਸਾਹਿਤ ਦਾ ਇੱਕ ਇਹੋ ਜਿਹਾ ਪ੍ਰਮੁੱਖ ਮਹੱਤਵਪੂਰਨ ਸਾਹਿਤ ਹੈ ਜਿਹਦੇ ਵਿੱਚ ਜੀਵਨ ਦੀ ਵਾਸਤਵਿਕਤਾ ਨੂੰ ਬਿਆਨ ਕੀਤਾ ਜਾਂਦਾ ਹੈ, ਦੱਸਿਆ ਜਾਂਦਾ ਹੈ। ਨਾਵਲਕਾਰ ਆਪਣੇ ਆਲੇ ਦੁਆਲੇ ਦੇ ਜੀਵਨ 'ਚੋਂ ਜੋ ਕੁਝ ਗ੍ਰਹਿਣ ਕਰਦਾ ਹੈ ਉਸ ਨੂੰ ਆਪਣੀ ਕਲਪਨਾ ਦ੍ਰਿਸ਼ਟੀ ਰਾਹੀਂ ਨਵੇਂ ਸੰਦਰਭ ਵਿੱਚ ਪੇਸ਼ ਕਰਦਾ ਹੈ। ਪੰਜਾਬੀ ਨਾਵਲ ਦਾ ਜਨਮ। ਇਸ ਦਾ ਜਨਮ ਅੰਗਰੇਜ਼ਾਂ ਦੇ ਪੰਜਾਬ ਵਿੱਚ ਆਉਣ ਪਿੱਛੋਂ ਹੋਇਆ। ਈਸਾਈ ਮਿਸ਼ਨਰੀਆਂ ਨੇ ਧਰਮ ਪ੍ਰਚਾਰ ਕਰਨ ਲਈ ਜਹਾਨ ਬੀਨੀਅਨ ਦੇ ਨਾਵਲ ਪਿਲਗ੍ਰਿਮਸ ਪ੍ਰੋਗਰੈਸ ਦਾ ਪੰਜਾਬੀ ਅਨੁਵਾਦ ਮਸੀਹੀ ਮੁਸਾਫਿਰ ਦੀ ਯਾਤਰਾ ਨਾਮ ਹੇਠ ਕਰਵਾਇਆ ਗਿਆ ਹੈ। ਪੰਜਾਬੀ ਨਾਵਲ ਦਾ ਜਨਮ ਹੈ ਉਹ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ, ਅਤੇ ਜਿਹੜੇ ਈਸਾਈ ਮਿਸ਼ਨਰੀ ਸਨ, ਧਰਮ ਪ੍ਰਚਾਰਕ ਸਨ, ਉਹਨਾਂ ਦੇ ਜਿਹੜੇ ਜਹਾਨ ਬੀਨੀਅਨ ਨੇ ਪਿਲਗ੍ਰਿਮਸ ਪ੍ਰੋਗਰੈਸ ਜਿਹੜਾ ਨਾਵਲ ਦਾ ਅਨੁਵਾਦ ਕਰਕੇ ਮਸੀਹੀ ਮੁਸਾਫਿਰ ਦੀ ਯਾਤਰਾ ਦੇ ਨਾਮ ਹੇਠ ਕਰਵਾਇਆ। ਇਸ ਤੋਂ ਬਾਅਦ ਬੰਗਾਲ ਦੇ ਇੱਕ ਈਸਾਈ ਮਿਸ਼ਨਰੀ ਦੁਆਰਾ ਲਿਖਿਆ ਇੱਕ ਨਾਵਲ ਬੰਗਾਲ ਦੇ ਇੱਕ ਈਸਾਈ ਮਿਸ਼ਨਰੀ ਦੁਆਰਾ ਲਿਖਿਆ ਇੱਕ ਨਾਵਲ ਜਯੋਤਿਰੁਦਯ ਨਾਮ ਹੇਠ ਪ੍ਰਕਾਸ਼ਿਤ ਕੀਤਾ ਗਿਆ। ਪਰ ਇਸ ਪੁਸਤਕ ਨੂੰ ਅਸੀਂ ਪੰਜਾਬੀ ਦਾ ਮੁੱਢਲਾ ਨਾਵਲ ਕਹਿ ਸਕਦੇ ਹਾਂ। ਇਹਨਾਂ ਵਿੱਚ ਅਧਿਆਤਮਕ ਜੀਵਨ ਜਾਂਚ ਦੀ ਵਡਿਆਈ ਕੀਤੀ ਹੈ। ਜਿਸ ਕਿਸਮ ਦੇ ਪ੍ਰਦੂਸ਼ਣ ਤੋਂ ਪੰਜਾਬੀ ਮਾਨਸਿਕਤਾ ਅਤੇ ਸਿੱਖ ਧਰਮ ਨੂੰ ਬਚਾਉਣ ਲਈ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਹੈ ਅਤੇ ਪੰਜਾਬੀ ਨਾਵਲ ਲਿਖਣੇ ਸ਼ੁਰੂ ਕੀਤੇ ਗਏ ਹਨ। ਇਸ ਤਰ੍ਹਾਂ ਪੰਜਾਬੀ ਨਾਵਲ ਵਿੱਚ
ਪ੍ਰਤੀਕਰਮਕ ਵਜੋਂ ਹੋਂਦ ਵਿੱਚ ਆਇਆ। ਪੰਜਾਬੀ ਨਾਵਲ ਦੇ ਇਤਿਹਾਸ ਵਿੱਚ ਹੇਠ ਲਿਖੇ ਪੜਾਅ ਸਾਹਮਣੇ ਆਉਂਦੇ ਹਨ। ਪਹਿਲਾ ਦੌਰ ਨਾਵਲ ਦਾ ਧਾਰਮਿਕ ਸੁਧਾਰਵਾਦੀ ਪ੍ਰਵਿਰਤੀ। ਭਾਈ ਵੀਰ ਸਿੰਘ। ਭਾਈ ਵੀਰ ਸਿੰਘ ਪੰਜਾਬੀ ਦਾ ਪਹਿਲਾ ਮੌਲਿਕ ਨਾਵਲਕਾਰ ਹੈ। ਪੰਜਾਬੀ ਨਾਵਲ ਦਾ ਮੁੱਢ ਭਾਈ ਵੀਰ ਸਿੰਘ ਦੇ ਨਾਵਲ ਸੁੰਦਰੀ ਨਾਵਲ 1858 ਈਸਵੀ ਵਿੱਚ ਬੱਝਦਾ ਹੈ। ਇਸ ਤੋਂ ਬਿਨਾਂ ਉਹਨਾਂ ਨੇ ਸਤਵੰਤ ਕੌਰ, ਵਿਜੈ ਸਿੰਘ ਤੇ ਆਦਿ ਨਾਵਲ ਦੀ ਰਚਨਾ ਕੀਤੀ। ਉਹਨਾਂ ਦੇ ਨਾਵਲਾਂ ਵਿੱਚ ਧਾਰਮਿਕ ਪ੍ਰਵਿਰਤੀ ਪ੍ਰਧਾਨ ਹੈ। ਆਪ ਆਦਰਸ਼ਵਾਦੀ ਲੇਖਕ ਹਨ। ਆਪ ਦੇ ਨਾਵਲ ਕਲਾ ਪੱਖੋਂ ਕਮਜ਼ੋਰ ਹਨ। ਦੂਜਾ ਹੈ ਚਰਨ ਸਿੰਘ ਸ਼ਹੀਦ। ਉਸਨੇ ਰਣਜੀਤ ਸਿੰਘ ਅਤੇ ਦਲੇਰ ਕੌਰ ਵਰਗੇ ਇਤਿਹਾਸਕ ਨਾਵਲ ਰਚੇ। ਇਸ ਤੋਂ ਇਲਾਵਾ ਉਸਨੇ ਦੋ ਵਹੁਟੀਆਂ, ਸ਼ਰਾਬ ਕੌਰ ਤੇ ਆਦਿ ਸਮਾਜਿਕ ਨਾਵਲ ਲਿਖੇ। ਉਸਦੇ ਨਾਵਲਾਂ ਦਾ ਮੁੱਖ ਉਦੇਸ਼ ਸਮਾਜ ਸੁਧਾਰ ਸੀ। ਚਰਨ ਸਿੰਘ ਸ਼ਹੀਦ ਦੇ ਨਾਵਲ ਦਾ ਮੁੱਖ ਵਿਸ਼ਾ ਕੀ ਸੀ? ਸਮਾਜ ਦੇ ਵਿੱਚ ਸੁਧਾਰ ਕਰਨਾ। ਇਹਨਾਂ ਪ੍ਰਮੁੱਖ ਨਾਵਲਕਾਰਾਂ ਤੋਂ ਇਲਾਵਾ ਇਸ ਦੌਰ ਦੇ ਵਿੱਚ ਭਾਈ ਮੋਹਨ ਸਿੰਘ ਵੈਦ, ਮਾਸਟਰ ਤਾਰਾ ਸਿੰਘ, ਪ੍ਰਿੰਸੀਪਲ ਨਰਿੰਜਨ ਸਿੰਘ ਆਦਿ ਨੇ ਵੀ ਨਾਵਲ ਦੀ ਰਚਨਾ ਕੀਤੀ। ਦੂਜੇ ਦੌਰ ਦੇ ਨਾਵਲਕਾਰ ਵਿਅਕਤੀਵਾਦੀ ਤੇ ਆਦਰਸ਼ਵਾਦੀ ਪ੍ਰਵਿਰਤੀ। ਪਹਿਲੇ ਹਨ ਦੂਜੇ ਦੌਰ ਦੇ ਜਿਹੜੇ ਨਾਵਲਕਾਰ ਨਾਨਕ ਸਿੰਘ। ਨਾਨਕ ਸਿੰਘ ਨੂੰ ਬਹੁਤ ਸਾਰੇ ਵਿਦਵਾਨ ਪੰਜਾਬੀ ਨਾਵਲ ਦਾ ਪਿਤਾਮਾ ਮੰਨਦੇ ਹਨ। ਨਾਨਕ ਸਿੰਘ ਪੰਜਾਬੀ ਨਾਵਲ ਕਲਾ ਦਾ ਸਭ ਤੋਂ ਉੱਘਾ ਤੇ ਮੌਲਿਕ ਲੇਖਕ ਹੈ। ਉਸਨੇ ਤਿੰਨ ਦਰਜਨ ਦੇ ਲਗਭਗ ਨਾਵਲ ਲਿਖੇ। ਇਹਨਾਂ ਦੇ ਬਹੁਤੇ ਨਾਵਲ ਮੱਧ ਸ਼੍ਰੇਣੀ ਨਾਲ ਸੰਬੰਧ ਰੱਖਦੇ ਹਨ। ਨਾਨਕ ਸਿੰਘ ਆਦਰਸ਼ਵਾਦੀ ਨਾਵਲਕਾਰ ਹੈ। ਉਸਨੇ ਸਮਾਜਿਕ, ਆਰਥਿਕ, ਧਾਰਮਿਕ ਤੇ ਰੋਮਾਂਟਿਕ ਵਿਸ਼ਿਆਂ ਉੱਪਰ ਵੀ ਨਾਵਲ ਲਿਖੇ। ਉਸਦੇ ਪ੍ਰਮੁੱਖ ਨਾਵਲ ਇਸ ਪ੍ਰਕਾਰ ਹਨ: ਚਿੱਟਾ ਲਹੂ, ਮਤਰੇਈ ਮਾਂ, ਲਵ ਮੈਰਿਜ ਆਦਿ। ਸੰਤ ਸਿੰਘ ਸੇਖੋਂ। ਸੰਤ ਸਿੰਘ ਸੇਖੋਂ ਸਵਾਂਗੀ ਲੇਖਕ ਹਨ। ਪੰਜਾਬੀ ਨਾਵਲ ਦੇ ਖੇਤਰ ਵਿੱਚ ਵੀ ਉਸ ਦਾ ਅਹਿਮ ਯੋਗਦਾਨ ਹੈ। ਪ੍ਰਗਤੀਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਉਸ ਦੇ ਦੋ ਨਾਵਲਾਂ ਦੀ ਰਚਨਾ ਕੀਤੀ: ਲਹੂ ਮਿੱਟੀ ਅਤੇ ਬਾਬਾ ਅਸਮਾਨ। ਦੂਜੇ ਦੌਰ ਦੇ ਤੀਜੇ ਨਾਵਲਕਾਰ ਹਨ ਜਸਵੰਤ ਸਿੰਘ ਕੰਵਲ। ਜਸਵੰਤ ਸਿੰਘ ਕੰਵਲ ਦਾ ਪ੍ਰੇਰਨਾ ਸਰੋਤ ਅਗਰਗਾਮੀ ਚੇਤਨਾ ਤੇ ਸਮਾਜਵਾਦੀ ਆਦਰਸ਼ਵਾਦ ਹਨ। ਇਹੋ ਕਾਰਨ ਹੈ ਕਿ ਨਾਨਕ ਸਿੰਘ ਦੀ ਰਚਨਾ ਨਾਲ ਵਿਆਪਕ ਸੰਬੰਧ ਰੱਖਦਾ ਹੋਇਆ ਵੀ ਕੰਵਲ ਉਸ ਤੋਂ ਵੱਖਰਾ ਸਮਾਜਵਾਦੀ ਢੰਗ ਸਿਰਜਣ ਵਿੱਚ ਸਫਲ ਹੋਇਆ ਹੈ। ਕੰਵਲ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਉਸਨੇ ਨਕਸਲਵਾੜੀ ਲਹਿਰ ਅਤੇ ਲਹਿਰ ਦੇ ਵੱਖ-ਵੱਖ ਪੱਖਾਂ ਉੱਪਰ ਰਚਨਾ ਦ੍ਰਿਸ਼ਟੀ ਰੱਖੀ। ਉਸਦੇ ਨਾਵਲ ਇਸ ਪ੍ਰਕਾਰ ਹਨ:
ਸੱਚ ਨੂੰ ਫਾਂਸੀ, ਰਾਤ ਬਾਕੀ ਹੈ, ਪੂਰਨਮਾਸ਼ੀ, ਜੰਗਲ ਦਾ ਸ਼ੇਰ ਆਦਿ। ਇਸ ਦੌਰ ਵਿੱਚ ਕਰਨਲ ਨਰਿੰਦਰਪਾਲ ਸਿੰਘ, ਭਾਈ ਮੋਹਨ ਸਿੰਘ ਵੈਦ, ਦਰਸ਼ਨ ਸਿੰਘ ਅਵਾਰਾ, ਦਵਿੰਦਰ ਸਤਿਆਰਥੀ ਆਦਿ ਨਾਵਲਕਾਰਾਂ ਨੇ ਵੀ ਨਾਵਲ ਸਿਰਜੇ, ਪਰ ਇਹਨਾਂ ਦੇ ਨਾਵਲ ਜ਼ਿਆਦਾਤਰ ਗੈਰ ਚਰਿੱਤਰ ਹੀ ਰਹੇ। ਅਗਲਾ ਦੌਰ ਹੈ ਆਪਣਾ ਤੀਜਾ ਦੌਰ ਯਥਾਰਥਵਾਦੀ ਪ੍ਰਗਤੀਵਾਦੀ ਪ੍ਰਵਿਰਤੀ। ਦੋ ਆਪਣੇ ਦੌਰ ਹੋ ਚੁੱਕੇ ਹੈ। ਪਹਿਲੇ ਦੌਰ ਦੇ ਵਿੱਚ ਭਾਈ ਵੀਰ ਸਿੰਘ, ਜਿਹੜੇ ਕਿ ਪੰਜਾਬੀ ਨਾਵਲ ਦੇ ਮੌਲਿਕ ਨਾਵਲਕਾਰ ਕਹੇ ਜਾਂਦੇ ਹੈ। ਫਿਰ ਸੀ ਆਪਣੇ ਪਹਿਲੇ ਦੌਰ ਦੇ ਦੂਜੇ ਨਾਵਲਕਾਰ ਚਰਨ ਸਿੰਘ ਸ਼ਹੀਦ। ਫਿਰ ਸੀ ਦੂਜਾ ਦੌਰ ਨਾਨਕ ਸਿੰਘ, ਜੋ ਕਿ ਪੰਜਾਬੀ ਨਾਵਲ ਦੇ ਪਿਤਾਮਾ ਮੰਨੇ ਜਾਂਦੇ ਹੈ। ਫਿਰ ਹੈ ਦੂਜੇ ਦੌਰ ਦੇ ਦੂਜੇ ਨਾਵਲਕਾਰ ਸੰਤ ਸਿੰਘ ਸੇਖੋਂ। ਤੀਜੇ ਸੀ ਜਸਵੰਤ ਸਿੰਘ ਕੰਵਲ। ਹੁਣ ਸ਼ੁਰੂ ਕਰਦੇ ਹਾਂ ਤੀਜਾ ਦੌਰ ਦੇ ਨਾਵਲਕਾਰ। ਤੀਜੇ ਦੌਰ ਦੇ ਨਾਵਲਕਾਰ ਹਨ ਕਰਤਾਰ ਸਿੰਘ ਦੁੱਗਲ। ਕਰਤਾਰ ਸਿੰਘ ਦੁੱਗਲ ਨੇ ਵੀ ਪੰਜਾਬੀ ਨਾਵਲ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਸ ਦਾ ਨਾਵਲ ਆਂਦਰਾਂ ਆਪਣੇ ਵਿਸ਼ੇ ਵਸਤੂ ਤੇ ਸੰਰਚਨਾ ਵਿਧੀ ਕਰਕੇ ਵੱਖਰੀ ਪਹਿਚਾਣ ਰੱਖਦਾ ਹੈ। ਇਸ ਤੋਂ ਇਲਾਵਾ ਉਸਨੇ ਮਾਂ ਪਿਓ ਜਾਏ, ਹਾਲ ਮੁਰੀਦਾਂ ਦਾ, ਜਲ ਕੀ ਪਿਆਸ ਨ ਜਾਏ, ਨੂੰਹ ਤੇ ਮਾਸ, ਤੇਰੇ ਭਾਣੇ ਸਰਬੱਤ ਦਾ ਭਲਾ ਆਦਿ ਨਾਵਲ ਦੀ ਰਚਨਾ ਕੀਤੀ। ਉਸਦੇ ਨਾਵਲਾਂ ਵਿੱਚ ਮਨੋਵਿਗਿਆਨਿਕ ਪ੍ਰਭਾਵ ਦੇਖਿਆ ਜਾ ਸਕਦਾ ਹੈ। ਤੀਜੇ ਦੌਰ ਦੇ ਦੂਜੇ ਨਾਵਲਕਾਰ ਹਨ ਗੁਰਦਿਆਲ ਸਿੰਘ। ਸੰਸਾਰ ਪ੍ਰਸਿੱਧ ਲੇਖਕ ਗੁਰਦਿਆਲ ਸਿੰਘ ਦਾ ਪੰਜਾਬੀ ਨਾਵਲ ਨੂੰ ਬਹੁਤ ਵੱਡਾ ਯੋਗਦਾਨ ਪਾਇਆ ਹੈ। ਗੁਰਦਿਆਲ ਸਿੰਘ ਮਾਲਵੇ ਦਾ ਆਂਚਲਿਕ ਨਾਵਲਕਾਰ ਹੈ। ਉਸ ਦੇ ਨਾਵਲਾਂ ਵਿੱਚ ਸਮਾਜਿਕ ਯਥਾਰਥ ਅਤੇ ਮਲਵਈ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ ਹੈ। ਉਸਦੇ ਨਾਵਲ ਹਨ ਮੜੀ ਦਾ ਦੀਵਾ, ਅਣਹੋਈ, ਅੰਨੇ ਘੋੜੇ ਦਾ ਦਾਨ ਆਦਿ ਉਸਦੇ ਚਰਚਿਤ ਨਾਵਲ ਹਨ। ਤੀਜੇ ਹਨ ਸੁਰਜੀਤ ਸਿੰਘ। ਉਸਨੇ ਪੰਜਾਬੀ ਨਾਵਲ ਵਿੱਚ ਆਪਣੇ ਪਹਿਲੇ ਨਾਵਲ ਜਨਤਾ ਜਾਗੀ, ਰਾਹੀਂ ਪ੍ਰਵੇਸ਼ ਕੀਤਾ, ਇੱਕ ਖਾਲੀ ਪਿਆਲਾ ਆਦਿ ਨਾਵਲਾਂ ਦੀ ਰਚਨਾ ਕੀਤੀ ਹੈ। ਉਹ ਆਪਣੇ ਪਾਤਰਾਂ ਦੇ ਅੰਦਰ ਲੁਕੇ ਜਿਣਸੀ ਸੰਬੰਧਾਂ ਦੀ ਪੇਸ਼ਕਾਰੀ ਕਰਨ ਵਿੱਚ ਮਾਹਿਰ ਹੈ। ਚੌਥੇ ਹਨ ਸੁਖਬੀਰ। ਉਸਨੇ ਪਹਿਲੀ ਵਾਰ ਪੰਜਾਬੀ ਨਾਵਲ ਵਿੱਚ ਮੁੰਬਈ ਮਹਾਨਗਰ ਦੇ ਜੀਵਨ ਨੂੰ ਪੇਸ਼ ਕੀਤਾ। ਉਸ ਦੇ ਲਗਭਗ ਸਾਰੇ ਪਾਤਰ ਭਟਕਣ, ਗਰਦਸ਼, ਬੇਚੈਨੀ, ਅਕੇਵਾਂ, ਉਦਾਸੀ, ਬੇਕਾਰੀ ਤੇ ਬਿਮਾਰੀ ਹੰਢਾਉਂਦੇ ਹਨ। ਪਾਣੀ ਤੇ ਪੁੱਲ,
ਰਾਤ ਦਾ ਚਿਹਰਾ, ਉਖੜੇ ਹੋਏ ਪੈਰ ਆਦਿ ਉਸ ਦੁਆਰਾ ਰਚਿਤ ਨਾਵਲ ਹਨ। ਇਸ ਦੌਰ ਵਿੱਚ ਕੁਝ ਇਸਤਰੀ ਨਾਵਲਕਾਰਾਂ ਨੇ ਵੀ ਨਾਵਲ ਜਗਤ ਵਿੱਚ ਪ੍ਰਵੇਸ਼ ਕੀਤਾ ਹੈ। ਅੰਮ੍ਰਿਤਾ ਪ੍ਰੀਤਮ। ਅੰਮ੍ਰਿਤਾ ਪ੍ਰੀਤਮ ਨੇ ਡਾਕਟਰ ਦੇਵ ਅਤੇ ਚੱਕ ਨੰਬਰ 36 ਆਦਿ ਨਾਵਲਾਂ ਵਿੱਚ ਔਰਤ ਦੇ ਮਨ ਦੀ ਸਥਿਤੀ ਨੂੰ ਪੇਸ਼ ਕੀਤਾ ਹੈ। ਇਸ ਤਰ੍ਹਾਂ ਹੀ ਉਸ ਨੇ ਪਿੰਜਰ ਨਾਵਲ ਵਿੱਚ ਦੇਸ਼ ਵੰਡ ਦੇ ਦੁਖਾਂਤ ਨੂੰ ਬਿਆਨ ਕੀਤਾ ਹੈ। ਆਲ੍ਹਣਾ, ਦਿੱਲੀ ਦੀਆਂ ਗਲੀਆਂ ਆਦਿ ਨਾਵਲ ਦੀ ਰਚਨਾ ਕਰਕੇ ਉਹਨਾਂ ਵਿੱਚ ਇੱਕ ਸੰਵੇਦਨਸ਼ੀਲ ਔਰਤ ਦੇ ਬਿੰਬ ਨੂੰ ਪੇਸ਼ ਕੀਤਾ ਹੈ। ਅਗਲੇ ਹੈ ਤੀਜੇ ਦੌਰ ਦੇ ਦਲੀਪ ਕੌਰ ਟਿਵਾਣਾ। ਦਲੀਪ ਕੌਰ ਟਿਵਾਣਾ ਇਸਤਰੀ ਨਾਵਲਕਾਰਾਂ ਵਿੱਚ ਵਧੇਰੇ ਪ੍ਰਸਿੱਧ ਹੋਈ ਹੈ। ਉਸ ਨੇ ਲਗਭਗ 1.5 ਦਰਜਨ ਨਾਵਲ ਲਿਖੇ ਹਨ। ਦੂਸਰੀ ਸੀਤਾ, ਪੈੜ ਚਾਲ, ਅਗਨੀ ਪ੍ਰੀਖਿਆ ਆਦਿ ਉਸ ਦੇ ਮਹੱਤਵਪੂਰਨ ਨਾਵਲ ਹਨ। ਉਹ ਆਪਣੇ ਨਾਵਲਾਂ ਵਿੱਚ ਇਸਤਰੀ ਦੀਆਂ ਸਮੱਸਿਆਵਾਂ ਨੂੰ ਇਸਤਰੀ ਦੇ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀ ਹੈ। ਉਸਨੇ ਆਪਣੇ ਨਾਵਲ ਵਿੱਚ ਇਸਤਰੀ ਦੀਆਂ ਸਮੱਸਿਆਵਾਂ ਨੂੰ ਇਸਤਰੀ ਦੇ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀ ਹੈ। ਇਸ ਦੌਰ ਵਿੱਚ ਇਸਤਰੀ ਨਾਵਲਕਾਰਾਂ ਵਿੱਚ ਅਜੀਤ ਕੌਰ, ਬਲਜੀਤ ਕੌਰ ਬੱਲੀ, ਅਜੀਤ ਕੌਰ ਅਤੇ ਪ੍ਰਮੁੱਖ ਨਾਵਲਕਾਰਾਂ ਵਿੱਚੋਂ ਕੇਸਰ ਸਿੰਘ, ਪੁਰਖ ਨਾਵਲਕਾਰਾਂ ਵਿੱਚੋਂ ਕੇਸਰ ਸਿੰਘ, ਮੋਹਨ ਕਾਹਲੋ, ਕਰਮਜੀਤ ਸਿੰਘ ਕੂਸਾ ਆਦਿ ਨਾਮ ਵਰਣਨਯੋਗ ਹਨ। ਚੌਥੇ ਦੌਰ ਦੇ ਨਾਵਲਕਾਰ ਮਿੱਤਰ ਸੈਨ ਮੀਤ। ਮਿੱਤਰ ਸੈਨ ਮੀਤ ਉੱਤਰ ਯਥਾਰਥਵਾਦੀ ਦੌਰ ਦਾ ਨਾਵਲਕਾਰ ਹੈ। ਉਸ ਨੇ ਗਿਣਤੀ ਪੱਖੋਂ ਘੱਟ ਪਰ ਗੁਣਾਤਮਕ ਪੱਖੋਂ ਵਧੀਆ ਨਾਵਲਾਂ ਦੀ ਰਚਨਾ ਕੀਤੀ ਹੈ। ਕਾਫਲਾ, ਸੁਧਾਰ ਘਰ ਉਸ ਦੇ ਬਹੁ ਚਰਚਿਤ ਨਾਵਲ ਹਨ। ਨਿੰਦਰ ਗਿੱਲ। ਨਿੰਦਰ ਗਿੱਲ ਦਾ ਪੰਜਾਬੀ ਨਾਵਲ ਦੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹੈ। ਉਹ ਆਪਣੇ ਨਾਵਲਾਂ ਵਿੱਚ ਪੰਜਾਬ ਸਮੱਸਿਆ ਦੀਆਂ ਪਰਤਾਂ ਨੂੰ ਖੋਲ੍ਹਦਾ ਹੈ। ਉਸ ਦੇ ਨਾਵਲ ਇਤਿਹਾਸ ਸੱਚਾਈ ਦੇ ਨੇੜੇ ਹਨ। ਪੰਜਾਬ 84, ਪਲ ਪਲ ਮਰਨਾ ਆਦਿ ਉਸ ਦੇ ਨਾਵਲ ਹਨ। ਇਸ ਦੌਰ ਦੇ ਨਾਵਲਕਾਰਾਂ ਵਿੱਚੋਂ ਬਲਦੇਵ ਸਿੰਘ, ਜਗਰੂਪ ਸਿੰਘ ਵੜਿੰਗ, ਬਲਵਿੰਦਰ ਕੌਰ ਬਰਾੜ ਆਦਿ ਨਾਮ ਵਰਣਨਯੋਗ ਹਨ। ਪ੍ਰਵਾਸੀ ਨਾਵਲ। ਪ੍ਰਵਾਸੀ ਨਾਵਲ ਦੀ ਰਚਨਾ ਦ੍ਰਿਸ਼ਟੀ ਯਥਾਰਥਵਾਦੀ ਹੀ ਰਹੀ ਹੈ। ਇਸ ਨਾਵਲ ਵਿੱਚ ਭੂ-ਹਰੇਵਾ ਸੱਭਿਆਚਾਰ ਸੰਕਟ, ਪੂਰਬ ਅਤੇ ਪੱਛਮ ਦਾ ਅੰਤਰ ਵਿਰੋਧ
ਆਦਿ ਵਿਸ਼ਿਆਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਇਸ ਕਿਸਮ ਦੇ ਨਾਵਲਾਂ ਵਿੱਚ ਹਰਿੰਦਰ ਬਜਾਜ ਦੇ ਅੰਬੀ ਦਾ ਪਹਿਲਾ ਪਿਆਰ, ਸੱਜਣਾ ਬਾਝ ਹਨੇਰਾ, ਦੀਪ ਬਿੰਦੂ ਅਤੇ ਬਾਬਾ ਬੋਲ ਕੇ ਨਾਵਲ ਵਰਣਨਯੋਗ ਹਨ। ਮਨਜੀਤ ਰਾਣਾ ਦਾ ਨਾਵਲ ਅੰਗਰੇਜ਼ ਕੁੜੀਆਂ ਅਤੇ ਪੱਛਮੀ ਸਮਾਜ ਅਤੇ ਇਸ ਵਿੱਚ ਔਰਤ ਵੱਲ ਖੇਡੀ ਜਾਂਦੀ ਖੇਡ ਦਾ ਵਰਣਨ ਕਰਨ ਵਾਲਾ ਨਾਵਲ ਹੈ। ਇਹਨਾਂ ਦੇ ਮੁੱਢਲੇ ਨਾਵਲਕਾਰਾਂ ਤੋਂ ਬਿਨਾਂ ਕੁਝ ਹੋਰ ਪ੍ਰਵਾਸੀ ਪੰਜਾਬੀ ਨਾਵਲਕਾਰ ਹੇਠ ਲਿਖੇ ਅਨੁਸਾਰ ਹਨ। ਕੈਲਾਸ਼ ਪੁਰੀ ਪ੍ਰਵਾਸੀ ਇਸਤਰੀ ਨਾਵਲਕਾਰ ਹੈ। ਉਸਦੇ ਬਹੁਤੇ ਨਾਵਲ ਇੰਗਲੈਂਡ ਵਿੱਚ ਇਸਤਰੀ ਅਤੇ ਪੁਰਸ਼ ਦੇ ਸੰਬੰਧਾਂ ਦੀ ਪੇਸ਼ਕਾਰੀ ਕਰਦੇ ਹਨ। ਆਪਣੇ ਨਾਵਲਾਂ ਵਿੱਚ ਉਸਨੇ ਇਸਤਰੀ ਦੀਆਂ ਸਰੀਰਕ, ਮਾਨਸਿਕ, ਆਰਥਿਕ, ਸੱਭਿਆਚਾਰਕ ਅਤੇ ਭਾਵੁਕ ਲੋੜਾਂ ਅਤੇ ਸਮੱਸਿਆਵਾਂ ਦੀ ਪੇਸ਼ਕਾਰੀ ਕੀਤੀ ਹੈ। ਉਸਦੇ ਨਾਵਲ ਵਿੱਚ ਮੈਂ ਇੱਕ ਔਰਤ ਹਾਂ, ਕਟਹਿਰੇ ਵਿੱਚ ਖੜੀ ਔਰਤ ਆਦਿ ਵਰਣਨਯੋਗ ਹਨ। ਅਗਲੀ ਹੈ ਸੁਸ਼ੀਲ ਕੌਰ। ਸੁਸ਼ੀਲ ਕੌਰ ਇੱਕ ਹੋਰ ਵਰਣਨਯੋਗ ਨਾਵਲਕਾਰ ਹੈ। ਇਸ ਨੇ ਆਪਣੇ ਨਾਵਲ ਧਰਤੀ ਪਰਾਈ ਲੋਕ ਆਪਣੇ ਵਿੱਚ ਪੰਜਾਬੀ ਇਸਤਰੀਆਂ ਦੇ ਆਪਣੇ ਹੀ ਪੰਜਾਬ ਦੇ ਲੋਕਾਂ ਵੱਲੋਂ ਕੀਤੀ ਜਾਂਦੀ ਲੁੱਟ ਖਸੁੱਟ ਤੇ ਸ਼ੋਸ਼ਣ ਨੂੰ ਵਿਸ਼ਾ ਬਣਾਇਆ ਹੈ। ਅਗਲੇ ਹੈ ਦਰਸ਼ਨ ਧੀਰ ਪ੍ਰਵਾਸੀ ਪੰਜਾਬੀ ਨਾਵਲ ਦੇ ਸਭ ਤੋਂ ਮਹੱਤਵਪੂਰਨ ਨਾਵਲਕਾਰਾਂ ਵਿੱਚੋਂ ਇੱਕ ਹੈ। ਆਪਣੇ ਆਪਣੇ ਰਾਹ, ਘਰ ਤੇ ਕਮਰੇ, ਇਹ ਲੋਕ ਆਦਿ ਉਸ ਦੇ ਚਰਚਿਤ ਨਾਵਲ ਹਨ। ਸਵਰਨ ਚੰਦਨ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾਉਣ ਵਾਲਾ ਪ੍ਰਵਾਸੀ ਪੰਜਾਬੀ ਲੇਖਕ ਹੈ। ਨਵੇਂ ਰਿਸ਼ਤੇ, ਕਦਰਾਂ ਕੀਮਤਾਂ ਆਦਿ ਉਸ ਦੇ ਪ੍ਰਸਿੱਧ ਨਾਵਲ ਹਨ। ਇਹਨਾਂ ਪ੍ਰਮੁੱਖ ਨਾਵਲਕਾਰਾਂ ਤੋਂ ਬਿਨਾਂ ਸ਼ਿਵਚਰਨ ਗਿੱਲ, ਹਰਜੀਤ ਅਟਵਾਲ, ਗੁਰਨਾਮ ਗਿੱਲ, ਨਵਨੀਤ ਸੰਧੂ ਆਦਿ ਨਾਵਲਕਾਰ ਪ੍ਰਵਾਸੀ ਪੰਜਾਬੀ ਨਾਵਲ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਹ ਸੀ ਪ੍ਰਵਾਸੀ ਪੰਜਾਬੀ ਨਾਵਲਕਾਰ। ਹੁਣ ਕਰਾਂਗੇ ਪਾਕਿਸਤਾਨੀ ਪੰਜਾਬੀ ਨਾਵਲਕਾਰ। ਪੰਜਾਬੀ ਨਾਵਲ ਦੇ ਪ੍ਰਮੁੱਖ ਨਾਵਲਕਾਰਾਂ ਵਿੱਚ ਅਫਜ਼ਲ ਅਹਿਮਦ ਰੰਧਾਰਾ, ਦੀਵਾ ਤੇ ਦਰਿਆ, ਸੂਰਜ ਗ੍ਰਹਿਣ, ਦੁਆਬਾ ਅਤੇ ਪੰਧੂ। ਫਖਰ ਜਮਾਨ ਬੇਵਤਨਾ, ਇਹਦਾ ਨਾਵਲ ਸੀ ਬੇਵਤਨਾ। ਕਹੀਕਸ਼ਾ, ਚਿੱਕੜ ਰੰਗੀ ਮੂਰਤੀ, ਰਜ਼ੀਆ ਨੂਰ ਮੁਹੰਮਦ ਦਾ ਨਾਵਲ ਹੈ ਜੀ ਬਲਦੇ ਦੀਵੇ ਆਦਿ ਨਾਮ ਵਰਣਨਯੋਗ ਹਨ। ਪੂਰਬੀ ਪੰਜਾਬੀ ਦੇ ਮੁਕਾਬਲੇ ਪਾਕਿਸਤਾਨ ਪੰਜਾਬ ਦੇ
ਨਾਵਲ ਦਾ ਗੁਣ ਅਤੇ ਗਿਣਤੀ ਦੋਵੇਂ ਪੱਖੋਂ ਬਹੁਤਾ ਵਿਕਾਸ ਨਹੀਂ ਹੋ ਸਕਿਆ। ਪੂਰਬੀ ਪੰਜਾਬ ਦਾ ਨਾਵਲ ਜਿੱਥੇ ਇੱਕ ਸਦੀ ਦਾ ਇਤਿਹਾਸ ਸਮੋਈ ਬੈਠਾ ਹੈ, ਉੱਥੇ ਪਾਕਿਸਤਾਨ ਨਾਵਲ ਦਾ ਇਤਿਹਾਸ ਸਿਰਫ 4 ਦਹਾਕਿਆਂ ਭਾਵ 40 ਸਾਲਾਂ ਤੱਕ ਹੀ ਸੀਮਿਤ ਹੈ। ਦਹਾਕਾ 10 ਸਾਲਾਂ ਦਾ ਜਿਹੜਾ ਸਮੂਹ ਹੁੰਦਾ ਹੈ, ਤਾਂ ਉਹਦੇ ਵਾਸਤੇ ਆਪਾਂ ਵਰਤਦੇ ਹਾਂ ਦਹਾਕਾ। ਉਪਰੋਕਤ ਲਿਖੇ ਅਨੁਸਾਰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਨਾਵਲ ਨੇ ਲੰਬੀ ਵਿਕਾਸ ਯਾਤਰਾ ਤੈਅ ਕੀਤੀ ਹੈ। ਪੰਜਾਬੀ ਨਾਵਲ ਅੱਜ ਵੀ ਲਿਖਿਆ ਜਾ ਰਿਹਾ ਹੈ। ਕਈ ਨਾਵਲਕਾਰ ਉੱਭਰ ਕੇ ਸਾਹਮਣੇ ਆ ਰਹੇ ਹਨ, ਪਰ ਅਜੇ ਇਸ ਖੇਤਰ ਨੂੰ ਹੋਰ ਬੁਲੰਦੀਆਂ ਦੀ ਆਸ ਹੈ। ਇਹ ਸੀ ਆਪਣਾ ਪੰਜਾਬੀ ਨਾਵਲ ਦਾ ਇਤਿਹਾਸ, ਜੋ ਕਿ ਆਪਣਾ ਪੰਜਾਬੀ ਨਾਵਲ ਦਾ ਇਤਿਹਾਸ ਪੂਰਾ ਹੋ ਗਿਆ। ਇਹਦੇ 2 ਵਿਸ਼ੇ ਆਪਾਂ ਹੋਰ ਕਰਾਂਗੇ। ਪਹਿਲਾ ਵਿਸ਼ਾ ਸੀ ਪੰਜਾਬੀ ਕਵਿਤਾ ਦਾ ਇਤਿਹਾਸ ਅਤੇ ਦੂਜਾ ਹੈ ਪੰਜਾਬੀ ਨਾਵਲ ਦਾ ਇਤਿਹਾਸ। ਲੜੀਵਾਰ ਕੰਮ ਕਰਨਾ ਹੈ ਅਤੇ ਲੜੀਵਾਰ ਹੀ ਤੁਹਾਨੂੰ ਤੁਹਾਡੇ ਨੋਟਸ ਦੀ ਵੀਡੀਓ ਮਿਲਦੀ ਰਹੂਗੀ। ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ। ਲਾਈਕ ਕਰੋ ਅਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।